ਭਵਿੱਖ ਤੋਂ ਡਰਨ ਦੀ ਨਹੀਂ ਕੋਈ ਲੋੜ, ਕਿਉਂਕਿ ਕੁਝ ਵੀ ਸਾਡੇ ਕੋਲ ਹਮੇਸ਼ਾ ਲਈ ਤਾਂ ਨਹੀਂ ਹੁੰਦਾ। ਦੇਖੋ, ਇਹ ਤਾਂ ਸਮਝਣ ਦੀ ਜ਼ਰੂਰਤ ਕਿ ਭਵਿੱਖ ਹੀ ਵਰਤਮਾਨ ਤੇ ਫਿਰ ਅਤੀਤ ਵਿੱਚ ਬਦਲ ਜਾਂਦਾ, ਤੇ ਜਦ ਬਹੁਤਾ ਸਮਾਂ ਲੰਘ ਜਾਂਦਾ ਫਿਰ ਜਾ ਕੇ ਕਿਤੇ ਸਮਝ ਵਿੱਚ ਆਉਂਦਾ ਕਿ ਜ਼ਿੰਦਗੀ ਵਿੱਚ ਸਿਰਫ ਵਰਤਮਾਨ ਹੀ ਸੀ ਇੱਕ ਜਿਸ ਨੂੰ ਅਸੀਂ ਵਰਤ ਸਕਦੇ। ਪਰ ਸਾਡੀ ਵੱਡੀ ਨਾਦਾਨੀ ਕਿ ਅਸੀਂ ਆਪਣੇ ਵਰਤਮਾਨ ਨੂੰ ਵੀ ਅਤੀਤ ਦੀਆਂ ਯਾਦਾਂ ਅਤੇ ਭਵਿੱਖ ਦੀ ਚਿੰਤਾ ਵਿੱਚ ਹੀ ਖਰਚ ਕਰੀ ਜਾਂਦੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੰਘ ਸਾਇੰਸ ਕਨਸੈਪਟ ਕਲਾਸਿਸ 2.0। ਤੇ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਕਲਾਸ 12th ਅਕਾਊਂਟੈਂਸੀ ਕੰਟੀਨਿਊ ਕਰ ਰਹੇ ਹਾਂ। ਚੈਪਟਰ ਨੰਬਰ 3 ਹੈ ਗੁੱਡਵਿਲ। ਕਈ ਬੁੱਕਸ ਦੇ ਵਿੱਚ ਚੈਪਟਰ ਨੰਬਰ 2 ਦਾ ਹੀ ਪਾਰਟ ਹੈ, ਇਹ ਕਈਆਂ 'ਚ ਵੱਖਰਾ ਹੈ। ਚਲੋ ਜਿਵੇਂ ਵੀ ਹੈ, ਆਪਾਂ ਗੁੱਡਵਿਲ ਬਾਰੇ ਗੱਲ ਕਰ ਰਹੇ ਹਾਂ। ਗੁੱਡਵਿਲ ਦੀ ਇੱਕ ਵੀਡੀਓ ਪਹਿਲਾਂ ਵੀ ਬਣ ਚੁੱਕੀ ਹੈ ਤੇ ਖਾਸ ਗੱਲ ਕੀ ਹੈ ਇਸ ਵੀਡੀਓ ਦੇ ਵਿੱਚ, ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਗੁੱਡਵਿਲ ਦੀ ਵੈਲਿਊਏਸ਼ਨ ਕਰਨ ਲਈ 4 ਮੈਥਡ ਨੇ। ਐਵਰੇਜ ਪ੍ਰੋਫਿਟ, ਸੁਪਰ ਪ੍ਰੋਫਿਟ, ਕੈਪੀਟਲਾਈਜੇਸ਼ਨ ਦੇ ਅੱਗੇ 2 ਮੈਥਡ ਨੇ। ਐਵਰੇਜ ਪ੍ਰੋਫਿਟ ਦੇ ਸੌਖੇ ਕੁਐਸਚਨ ਆਪਾਂ ਉਸ ਵੀਡੀਓ 'ਚ ਕਰ ਲਏ ਸੀਗੇ, ਫਾਰਮੂਲਾ ਸਮਝਾਇਆ ਸੀ ਵੀ ਕਿਵੇਂ ਬਣਿਆ, ਠੀਕ ਹੈ। ਤੇ ਇੱਕ ਦਾ ਸੌਖਾ ਜਿਹਾ ਕੁਐਸਚਨ ਆਪਾਂ ਕਰ ਲਿਆ ਸੀ ਉਸ ਵੀਡੀਓ ਦੇ ਵਿੱਚ। ਅੱਜ 2 ਔਖੇ ਕੁਐਸਚਨ ਕਰਾਂਗੇ, ਤਕੜੇ ਵਾਲੇ। ਉਹ ਕੁਐਸਚਨ ਕਰਕੇ ਤੁਹਾਨੂੰ ਬਹੁਤ ਗੱਲਾਂ ਕਲੀਅਰ ਹੋ ਜਾਣਗੀਆਂ। ਮੇਨਲੀ ਤਾਂ ਡਾਊਟਸ ਹੁੰਦੇ ਨੇ ਕਿ ਵੀ ਆਹ ਕਿਵੇਂ ਆਇਆ, ਆਹ ਕਿਵੇਂ ਆਇਆ, ਉਹ ਗੱਲਾਂ ਆਪਾਂ ਇਸ ਵੀਡੀਓ 'ਚ ਕਲੀਅਰ ਕਰਾਂਗੇ। 2 ਔਖੇ ਕੁਐਸਚਨ ਕਰਾਂਗੇ। ਸਭ ਤੋਂ ਪਹਿਲਾ ਕੁਐਸਚਨ ਮੇਰੇ ਕੋਲ 2020 ਦਾ ਐਡੀਸ਼ਨ ਹੈ, 2020 ਦਾ ਐਡੀਸ਼ਨ ਹੈ TS ਗਰੇਵਾਲ, ਤੇ 13th ਕੁਐਸਚਨ ਹੈ ਇਹਦੇ ਵਿੱਚ, ਜਿਹਦਾ ਮੈਂ ਥੋੜ੍ਹਾ ਬਹੁਤਾ ਹਿੱਸਾ ਪਹਿਲਾਂ ਲਿਖ ਕੇ ਰੱਖ ਲਿਆ। ਬਾਕੀ ਕੁਐਸਚਨ ਤੁਹਾਨੂੰ ਮੈਂ ਇੱਥੇ ਬੋਰਡ 'ਤੇ ਦਿਖਾ ਦਿੰਦਾ। ਗੱਲ ਕੀ ਹੈ, ਕਹਿੰਦੇ ਗੀਤ ਐਂਡ ਮੀਤ ਆਰ ਪਾਰਟਨਰਸ ਇਨ ਅ ਫਰਮ, ਦੇ ਐਡਮਿਟਡ ਜੀਤ। 2 ਬੰਦੇ ਗੀਤ ਤੇ ਮੀਤ, ਉਹਨਾਂ ਨੇ ਇੱਕ ਤੀਜਾ ਬੰਦਾ ਐਡ ਕਰ ਲਿਆ ਫॉर ਇਕੁਅਲ ਸ਼ੇਅਰ। ਇਟ ਵਾਜ਼ ਐਗਰੀਡ that goodwill will be valued at 3 years purchase ਆਪਾਂ ਪਿਛਲੀ ਵੀਡੀਓ ਦੱਸਿਆ ਸੀਗਾ, ਇਹ ਇੱਕ ਚੀਜ਼ ਹੁੰਦੀ ਹੈ ਨੰਬਰ ਆਫ ਈਅਰਸ ਪਰਚੇਸ। ਇੱਥੇ 3 ਸਾਲ ਦੇ ਰੱਖੇ ਨੇ ਜੀ। ਨੰਬਰਸ ਆਫ ਈਅਰਸ ਪਰਚੇਸ ਕਿਆ ਹੁੰਦਾ ਹੈ, ਮਾੜਾ ਜਿਹਾ ਮੈਂ ਤੁਹਾਨੂੰ ਦੱਸ ਦੇਵਾਂ ਇੱਕ ਵਾਰੀ। ਇੱਕ ਰਨਿੰਗ ਬਿਜ਼ਨਸ ਨੂੰ ਜਿਹੜਾ ਪ੍ਰੋਫਿਟ ਹੋ ਰਿਹਾ ਤੇ ਜਿਹੜਾ ਇੱਕ ਨਵੇਂ ਬਿਜ਼ਨਸ ਨੂੰ ਪ੍ਰੋਫਿਟ ਹੋ ਰਿਹਾ, ਤੁਹਾਨੂੰ ਪਤਾ ਫਰਕ ਤਾਂ ਹੋਏਗਾ। ਹੁਣ ਨਵੇਂ ਬਿਜ਼ਨਸ ਨੂੰ ਰਨਿੰਗ ਬਿਜ਼ਨਸ ਦੇ ਪ੍ਰੋਫਿਟ ਤੱਕ ਪਹੁੰਚਣ ਲਈ 2-3 ਸਾਲ ਲੱਗ ਜਾਣਗੇ। ਇੱਕ ਬਿਜ਼ਨਸ ਜਿਹੜਾ ਆਲਰੇਡੀ ਚੱਲ ਰਿਹਾ, ਇੱਕ ਜਿਹੜਾ ਨਵਾਂ ਸਟਾਰਟ ਹੋਇਆ। ਨਵੇਂ ਨੂੰ ਪ੍ਰੋਫਿਟ ਸ਼ੁਰੂਆਤ ਤਾਂ ਘੱਟ ਹੁੰਦਾ ਨਾ, ਤਾਂ ਨਵੇਂ ਨੂੰ ਰਨਿੰਗ ਤੱਕ ਪਹੁੰਚਣ ਲਈ ਜਿੰਨਾ ਟਾਈਮ ਲੱਗ ਜਾਏਗਾ, ਜਿੰਨਾ ਕੁ ਰਨਿੰਗ ਬਿਜ਼ਨਸ ਨੂੰ ਆਲਰੇਡੀ ਪ੍ਰੋਫਿਟ ਹੋ ਰਿਹਾ, ਉਹ ਜਿਹੜੀ ਡਿਊਰੇਸ਼ਨ ਹੁੰਦੀ ਹੈ ਉਹਨੂੰ ਕਹਿੰਦੇ ਨੰਬਰਸ ਆਫ ਈਅਰਸ ਪਰਚੇਸ। 2 ਸਾਲ ਬਾਅਦ, 3 ਸਾਲ ਬਾਅਦ, 4 ਸਾਲ ਲੱਗ ਜਾਂਦੇ ਕਈ ਵਾਰੀ ਬਿਜ਼ਨਸ ਨੂੰ ਇੱਕ ਪੂਰੀ ਵਧੀਆ ਲਾਈਨ ਤੇ ਆਉਣ 'ਚ, ਹੈ ਨਾ। ਅੱਗੇ ਦੀ ਕਹਾਣੀ ਸੁਣਿਓ। ਅੱਗੇ ਇਹਨਾਂ ਨੇ ਲਿਖਿਆ ਪਿਆ ਜੀ, ਪ੍ਰੋਫਿਟ ਦੇ ਰੱਖੇ ਨੇ ਪਰਚੇਜ਼ ਆਫ ਦਾ ਐਵਰੇਜ ਪ੍ਰੋਫਿਟ ਆਫ ਲਾਸਟ 5 ਈਅਰਸ। ਪਿਛਲੇ 5 ਸਾਲਾਂ ਦੇ ਪ੍ਰੋਫਿਟ ਦੇ ਰੱਖੇ ਨੇ, 16, 17, 18, 19, 20 ਤੇ ਆ ਦੇ ਰੱਖੇ ਨੇ ਅਮਾਊਂਟਸ। ਅੱਗੇ ਐਡਜਸਟਮੈਂਟ ਹੈ ਜੀ, ਉਹੀ ਇੰਪੋਰਟੈਂਟ ਹੈ, ਉਹੀ ਸਭ ਤੋਂ ਤਕੜੀਆਂ ਹੁੰਦੀਆਂ ਨੇ ਤੇ ਉਸੇ ਨੂੰ ਪਿਆਰ ਨਾਲ ਸਮਝਣਾ ਹੁੰਦਾ। ਦੇਖਿਓ ਜੀ, ਅਮਾਊਂਟ ਦੇ ਵਿੱਚ ਇੱਕ ਚੀਜ਼ ਦੱਸ ਦੇਵਾਂ, 90,000 ਨਾਲ ਸਪੈਸ਼ਲੀ ਲਿਖਿਆ ਬ੍ਰੈਕਟ ਪਾ ਕੇ ਲੋਸ। ਇਹ 90,000 ਦਾ ਲੋਸ ਹੈ ਇੱਥੇ, ਠੀਕ ਹੈ। ਐਡਜਸਟਮੈਂਟ ਮੈਂ ਕੱਲੀ ਤੁਹਾਨੂੰ ਪੜ੍ਹ ਕੇ ਦੱਸ ਰਿਹਾ, ਆ ਤੁਹਾਡੇ ਸਾਹਮਣੇ ਵੀ ਦਿਖ ਜਾਣਗੇ ਤੁਹਾਨੂੰ। ਫਸਟ ਹੈ, ਦ ਫਰਮ ਹੈਡ ਗੇਨ ਆਫ ਪ੍ਰੋਫਿਟ ਆਫ ਰੁਪਏ 50,000। ਫਰਮ ਨੂੰ ਕਹਿੰਦੇ ਪ੍ਰੋਫਿਟ ਹੋਇਆ 50,000 ਦਾ ਫਰੋਮ ਸੇਲ ਆਫ ਮਸ਼ੀਨਰੀ ਸੋਲਡ ਇਨ ਦਾ ਈਅਰ ਐਂਡਡ 31 ਮਾਰਚ 2017। ਫਰਮ ਨੂੰ 50,000 ਦਾ ਪ੍ਰੋਫਿਟ ਹੋ ਗਿਆ ਕੋਈ ਮਸ਼ੀਨਰੀ ਵੇਚ ਕੇ। ਦ ਪ੍ਰੋਫਿਟ ਵਾਜ਼ ਕ੍ਰੈਡਿਟਡ ਟੂ ਪ੍ਰੋਫਿਟ ਐਂਡ ਲੋਸ ਅਕਾਊਂਟ। ਦੇਖੋ ਗੱਲ ਇੰਨੀ ਕਿ ਹੈ, ਜਿਹੜੇ ਇਹ ਪ੍ਰੋਫਿਟ ਹੁੰਦੇ ਨੇ ਜਦੋਂ ਕੋਈ ਤੁਸੀਂ ਫਿਕਸਡ ਐਸਟ ਵੇਚਿਆ, ਉਹ 'ਤੇ ਜਿਹੜਾ ਪ੍ਰੋਫਿਟ ਹੋਇਆ ਤੁਹਾਡਾ, ਇਹ ਨੋਰਮਲ ਬਿਜ਼ਨਸ ਪ੍ਰੋਫਿਟ ਨਹੀਂ ਹੈ। ਤੁਸੀਂ ਕਿਹੜਾ ਹਰ ਵਾਰ ਬਿਜ਼ਨਸ ਮਤਲਬ ਆਪਣਾ ਫਿਕਸਡ ਐਸਟ ਵੇਚਦੇ ਫਿਰੋਗੇ, ਤਾਂ ਨੋਰਮਲ ਪ੍ਰੋਫਿਟ ਦਾ ਇਹ ਪਾਰਟ ਨਹੀਂ ਬਣਦਾ, ਠੀਕ ਹੈ ਜੀ। ਜਿਵੇਂ ਕੋਈ ਦੁਕਾਨਦਾਰ ਗਰੋਸਰੀ ਸਟੋਰ ਵਾਲਾ ਆਟਾ, ਦਾਲ, ਚੀਨੀ ਵਗੈਰਾ ਵੇਚਣਾ, ਉਹ ਉਹਦੇ ਨੋਰਮਲ ਕੰਮ ਹੈ, ਉਹਦਾ ਨੋਰਮਲ ਬਿਜ਼ਨਸ ਆਪਰੇਸ਼ਨ ਹੈ। ਅਗਰ ਉਹ ਆਪਣਾ ਫਰਨੀਚਰ ਵੇਚ ਦੇਵੇ, ਅਗਰ ਆਪਣਾ ਕੋਈ ਉਹ AC ਵੇਚ ਦੇਵੇ, ਤਾਂ ਅਗਰ ਆਪਣਾ ਕੋਈ ਫਿਕਸਡ ਐਸਟ ਵੇਚੇ, ਕਹਿਣ ਦਾ ਭਾਵ
ਤਾਂ ਉਸ ਤੇ ਜਿਹੜਾ ਉਹਨੂੰ ਪ੍ਰੋਫਿਟ ਹੋਇਆ ਉਸ ਨੂੰ ਆਪਾਂ ਗੁੱਡਵਿਲ ਕੱਢਣ ਲੱਗਿਆ ਇਨਕਲੂਡ ਨਹੀਂ ਕਰਨਾ। ਤਾਂ ਇੱਥੇ ਉਹ ਵਾਲਾ ਜਿਹੜਾ ਪ੍ਰੋਫਿਟ ਹੈ ਮਾਈਨਸ ਕਰਾਂਗੇ ਜੀ। ਕਿਹੜੇ ਸਾਲ ਚੋਂ ਮਾਈਨਸ ਕਰਾਂਗੇ ਉਹ ਧਿਆਨ ਨਾਲ ਸਮਝ ਲਓ। 31 ਮਾਰਚ 2017 ਦੇ ਵਿੱਚ 50,000 ਦਾ ਪ੍ਰੋਫਿਟ ਐਡ ਕੀਤਾ ਹੋਇਆ। ਸੈੱਟ ਕਿਵੇਂ ਕਰੋਗੇ, ਐਡਜਸਟਮੈਂਟ ਕਿਵੇਂ ਕਰੋਗੇ? ਜਿਹੜਾ 17 ਵਾਲਾ ਪ੍ਰੋਫਿਟ ਹੈ ਉਹਦੇ ਵਿੱਚ 50,000 ਮਾਈਨਸ, ਠੀਕ ਹੈ। 17 ਵਾਲਾ ਜਿਹੜਾ ਪ੍ਰੋਫਿਟ ਹੈ ਉਹ ਚੋਂ 50,000 ਮਾਈਨਸ ਕਰ ਦੇਣਾ ਆਪਾਂ। ਚਲੋ ਹੁਣ ਅੱਗੇ ਦੀ ਕਹਾਣੀ ਸੁਣਿਓ। ਅੱਗੇ ਕੁਐਸਚਨ ਦੇ ਵਿੱਚ ਲਿਖਿਆ ਹੋਇਆ देयर वाज एन abnormal loss of 20,000 incurred in the year ended 31st March 2018 because the machine becoming obsolete in an accident। ਕੋਈ ਕਹਿੰਦੇ 20,000 ਦਾ ਲੋਸ ਹੋ ਗਿਆ, ਕੋਈ ਮਸ਼ੀਨ ਸੀਗੀ obsolete ਹੋ ਗਈ ਐਕਸੀਡੈਂਟ ਹੋਣ ਕਰਕੇ 20,000 ਦਾ abnormal ਲੋਸ। अगर कोई ऐसा लॉस होया, अबनॉर्मल क्यों है, किहड़ा हर साल होना है जा लॉस, इस करके अबनॉर्मल है, ठीक है। मशीन खराब हुई है, डैमेज होगी तो वो लॉस 20,000 का 20,000 का जो लॉस होया माइनस किया हुआ ना प्रॉफिट चो। लॉस की है, नुकसान है, उस रिवर्स इफेक्ट किवें लाओगे, ऐड कर लांगे। लॉस 20,000 का 31 मार्च 2018 ਦੇ ਵਿੱਚ ਕੰਸੀਡਰ ਹੋਇਆ ਸੀਗਾ। 18 ਚ ਕੰਸੀਡਰ ਹੋਇਆ ਤਾਂ ਤੁਸੀਂ ਇੱਥੇ ਕਰੋਗੇ ਫਿਰ ਕਿੰਨੇ ਦਾ ਹੈਗਾ 20,000 ਦਾ 20,000 ਦਾ ਲੋਸ ਐਡ ਕਰਾਂਗੇ। ਸਿੱਧਾ ਹਿਸਾਬ ਹੈ। ਅਗਰ ਅਬਨੋਰਮਲ ਪ੍ਰੋਫਿਟ ਹੋਵੇ ਮਾਈਨਸ ਕਰਾਂਗੇ, ਅਬਨੋਰਮਲ ਲੋਸ ਹੋਵੇ ਤਾਂ ਪਲੱਸ ਕਰਾਂਗੇ, ਕਿਉਂਕਿ ਇੱਥੇ ਆਪਾਂ ਰਿਵਰਸ ਇਫੈਕਟ ਮਾਰ ਰਹੇ ਹਾਂ, ਰਿਵਰਸ ਇੰਪੈਕਟ ਦੇ ਰਹੇ ਹਾਂ ਆਪਾਂ। ਥਰਡ ਪੁਆਇੰਟ ਮੋਸਟ ਇੰਪੋਰਟੈਂਟ ਪੁਆਇੰਟ ਹੈ ਜਿਹਦੇ ਕਰਕੇ ਮੈਂ ਕੁਐਸਚਨ ਕਰਵਾ ਰਿਹਾ ਸੀਗਾ। ध्यान ਨਾਲ सुनियो, बहुत 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 ध्यान ਨਾਲ। ओवरहॉलिंग कॉस्ट ऑफ अ सेकंड हैंड मशीनरी परचेज्ड ऑन 1 जुलाई 2018 अमाउंटिंग टू ₹1 लाख was debited to repair account। ओवरहॉलिंग कॉस्ट ऑफ अ सेकंड हैंड मशीनरी, ओवरहॉलिंग क्या होंदी है? तुसी मशीन दी कैपेसिटी ਵਧਾਤੀ, ठीक है, ये मान के चलो मशीन ਨੂੰ ਹੋਰ ਥੋੜਾ ਜਿਹਾ ਵਧੀਆ ਕਰਤਾ, ਉਹ ਵਧੀਆ ਕਰਾਉਣ ਨੂੰ ओवरहॉलिंग ਕਹਿ ਦਿੰਦੇ ਆ। ਵੀ ਉੱਤੇ ਕੰਮ ਕਰਵਾਤਾ, ਉੱਤੇ ਕੰਮ ਕਿਵੇਂ, ਮੇਰੀ ਗੱਡੀ ਹੈ, ਠੀਕ ਹੈ, ਕਾਰ ਹੈ, ਉਹਦੇ ਵਿੱਚ ਮੈਂ ਵਧੀਆ ਕੋਈ ਇੰਟੀਰੀਅਰ ਉਹਦੀ ਵਧੀਆ ਕਰ ਲਵਾਂ, ਠੀਕ ਹੈ, ਉਹਦੇ ਵਿੱਚ ਸਪੀਕਰ ਵਧੀਆ ਲਗਾ ਲਵਾਂ, ਮਤਲਬ ਕੁਝ ਘੈਂਟ ਜੀ ਗੱਲ ਕਰ ਦੇਵਾਂ ਜਿਹਦੇ ਨਾਲ ਗੱਡੀ ਦੀ ਵੈਲਿਊ ਵੱਧ ਜਾਵੇ, ਠੀਕ ਹੈ। ਹੁਣ ਜਿਵੇਂ ਲਗਾ ਲਓ ਇੱਕ ਬਿਲਡਿੰਗ ਹੈ, ਬਾਹਰ ਅਸੀਂ ਪਾਰਕਿੰਗ ਏਰੀਆ ਬਣਾ ਦਈਏ, ਜਿਵੇਂ ਸਕੂਲ ਹੈ ਕੋਈ, ਉਹਦੀ ਬਿਲਡਿੰਗ ਦੇ ਬਾਹਰ ਤੇ ਪਾਰਕਿੰਗ ਏਰੀਆ ਬਣਾ ਦਈਏ ਤਾਂ ਕਿ ਬੱਚੇ ਵਧੀਆ ਆਰਾਮ ਨਾਲ ਉੱਥੇ ਪਾਰਕਿੰਗ ਕਰ ਲੈਣ, ਠੀਕ ਹੈ, ਸਾਈਕਲ ਵਗੈਰਾ ਮੋਟਰਸਾਈਕਲ ਵਗੈਰਾ। ਉਹਦੇ ਨਾਲ ਹੋਊਗਾ ਕਿ ਫਿਕਸਡ ਐਸਟ ਦੀ ਵੈਲਿਊ ਵੱਧ ਜੂਗੀ। ਜਦੋਂ ਤੁਸੀਂ ਫਿਕਸਡ ਐਸਟ ਦੀ ਵੈਲਿਊ ਵਧਾਉਂਦੇ ਹੋ, ਧਿਆਨ ਨਾਲ ਸੁਣਿਓ, ਜਦੋਂ ਫਿਕਸਡ ਐਸਟ ਦੀ ਵੈਲਿਊ ਵੱਧਦੀ ਹੈ ਤਾਂ ਇੱਕ ਤਰੀਕੇ ਨਾਲ ਉਹ ਬਣਦਾ ਕੈਪੀਟਲ ਐਕਸਪੈਂਡੀਚਰ। ਕਿਉਂ? ਕਿਉਂਕਿ ਐਸਟ ਮੰਨ ਕੇ ਚੱਲੋ ਲੱਖ ਰੁਪਏ ਦਾ ਹੈ, ਤੁਸੀਂ ਉੱਤੇ ਕੰਮ ਕਰਾਇਆ, ਥੋੜ੍ਹਾ ਜਿਹਾ ਉਹਨੂੰ ਹੋਰ ਵਧੀਆ ਬਣਾਤਾ, ਉਹਦੀ ਵੈਲਿਊ 1.25 ਲੱਖ ਹੋ ਗਈ। ਐਸਟ ਦੀ ਵੈਲਿਊ ਵਧਾਤੀ ਨਾ, ਤਾਂ ਇਹ ਇੱਕ ਕੈਪੀਟਲ ਐਕਸਪੈਂਡੀਚਰ ਹੈ, ਐਸਟ ਦੀ ਵੈਲਿਊ ਵੱਧ ਗਈ। ਪਰ ਆਪਾਂ ਗਲਤੀ ਕਰਤੀ, ਕਹਿੰਦੇ ਇਹ ਪੁਆਇੰਟ 'ਚ ਕੀ ਲਿਖਿਆ ਪਿਆ ਸੀਗਾ, ਕਹਿੰਦੇ ਕੀਤਾ ਕੈਪੀਟਲ ਐਕਸਪੈਂਡੀਚਰ ਸੀ ਪਰ ਆਪਾਂ ਉਹਨੂੰ ਰਿਪੇਅਰ ਅਕਾਊਂਟ 'ਚ ਪਾ ਕੇ ਉਹਨੂੰ ਆਪਾਂ ਟਰੀਟ ਕਰ ਲਿਆ ਕਿਵੇਂ, ਰੈਵਨਿਊ ਐਕਸਪੈਂਡੀਚਰ 'ਚ। ਕਿਉਂਕਿ ਰਿਪੇਅਰ ਵਗੈਰਾ ਜਿਹੜਾ ਸਾਰਾ ਕੁਝ ਹੁੰਦਾ, ਮਾੜੇ ਮੋਟੇ ਖਰਚੇ, ਇਹ ਸਾਰੇ ਪ੍ਰੋਫਿਟ ਐਂਡ ਲੋਸ ਅਕਾਊਂਟ 'ਚ ਜਾਂਦੇ ਨੇ। ਕੈਪੀਟਲ ਐਕਸਪੈਂਡੀਚਰ ਹੁੰਦਾ ਹੈ ਤਾਂ ਬੈਲੈਂਸ ਸ਼ੀਟ 'ਚ ਜਾਂਦਾ, ਪਰ ਰੈਵਨਿਊ ਐਕਸਪੈਂਡ ਜਿਹੜਾ ਹੁੰਦਾ ਉਹ ਆਉਂਦਾ P&L ਅਕਾਊਂਟ 'ਚ। ਕਹਿੰਦੇ ਆਪਾਂ ਆਹ ਗਲਤੀ ਕਰ ਗਏ। ਕੀ ਗਲਤੀ ਕੀਤੀ? ਖਰਚੇ ਨੂੰ ਇੱਥੇ ਭੇਜਦਾ ਜਦ ਕਿ ਭੇਜਣਾ ਇੱਥੇ ਬਣਦਾ ਸੀ। ਹੁਣ ਕੀ ਸੈਟਿੰਗ ਹੋਏਗੀ? ਖਰਚੇ ਨੂੰ ਇੱਥੇ ਭੇਜਣਾ ਬਣਦਾ ਨਹੀਂ ਸੀਗਾ, ਤੁਸੀਂ ਆਪਣਾ ਖਰਚਾ ਇੱਥੇ ਪਾਇਆ ਜਿਹਦੇ ਨਾਲ ਪ੍ਰੋਫਿਟ ਤੁਹਾਡਾ ਘਟ ਗਿਆ। ਹੁਣ ਕਰੋ ਸੈਟਿੰਗ। ਸੈਟਿੰਗ ਕਿਵੇਂ ਕਰੋਗੇ? ਪ੍ਰੋਫਿਟ ਘਟ ਗਿਆ, ਹੁਣ ਸੈਟਿੰਗ ਕਿਵੇਂ ਕਰੋਗੇ? ਐਡ ਕਰ ਦਾਂਗੇ। यही तरीका हो सकता ना, प्लस कर देंगे बस। आप ਲੱਖ ਰੁਪਇਆ ਆਪਾਂ ਰਿਪੇਅਰ ਅਕਾਊਂਟ 'ਚ ਪਾਇਆ ਸੀਗਾ, ਲੱਖ ਰੁਪਇਆ। ਇਹ ਗੱਲ ਹੈਗੀ 1 ਜੁਲਾਈ 2018 ਦੀ, ਧਿਆਨ ਨਾਲ ਸੁਣਿਓ, 1 ਜੁਲਾਈ 2018 ਦੀ ਗੱਲ ਹੈ। ਤੇ ਫਿਰ ਪ੍ਰੋਫਿਟ ਐਂਡ ਲੋਸ ਅਕਾਊਂਟ ਕਦੋਂ ਬਣਿਆ ਹੋਏਗਾ? ਜੇ 18 ਦੀ ਗੱਲ ਹੈ, 1 ਜੁਲਾਈ 2018, ਪ੍ਰੋਫਿਟ ਐਂਡ ਲੋਸ ਅਕਾਊਂਟ ਬਣਿਆ ਹੋਏਗਾ ਮਾਰਚ 2019। ਇਹ ਸਾਰੇ ਮਾਰਚ ਦੀ ਡੇਟਾਂ ਨੇ। 1 ਜੁਲਾਈ 2018 ਦਾ ਐਂਡ ਮਾਰਚ 2019 ਹੋਏਗਾ ਨਾ, ਉਹ 'ਚ ਕਰਾਂਗੇ ਸੈਟਿੰਗ। ਇੱਥੇ ਲੱਖ ਰੁਪਇਆ ਐਡ ਕਰੋਗੇ। ਇੰਨੀ ਗੱਲ ਓਕੇ ਹੈ।
अगली गल ध्यान नाल सुनियो, ਜਿਹੜਾ ਲੱਖ ਰੁਪਏ ਇੱਥੇ ਐਡ ਕੀਤਾ ਹੈ, ਇਹ ਕਿਉਂ ਕੀਤਾ ਹੈ? ਕਿਉਂਕਿ ਇਹ P&L 'ਚ ਨਹੀਂ ਸੀ ਜਾਣਾ ਬਣਦਾ, ਇਹਦਾ ਬੈਲੈਂਸ ਸ਼ੀਟ 'ਚ ਜਾਣਾ ਸੀਗਾ। ਚਲੋ ਆਹ ਸੈਟਿੰਗ ਹੋ ਗਈ, ਪਰ ਹੁਣ ਅੱਗੇ ਦੀ ਕਹਾਣੀ ਇੱਕ ਹੋਰ ਵੀ ਹੈ। ਇਹਦੇ ਵਿੱਚ ਇੱਕ ਹਿਡਨ ਐਡਜਸਟਮੈਂਟ ਆ ਜਾਂਦੀ ਹੈ, ਇੱਕ ਲੁਕੀ ਹੋਈ ਐਡਜਸਟਮੈਂਟ ਹੈ ਜਿਸ 'ਤੇ ਕਈ ਵਾਰ ਬੱਚਿਆਂ ਦਾ ਧਿਆਨ ਨਹੀਂ ਜਾਂਦਾ, ਪਰ ਤੁਸੀਂ ਧਿਆਨ ਦੇਣਾ। ਦੇਖਿਓ ਕਿਵੇਂ, ਜਦੋਂ ਕੈਪੀਟਲ ਐਕਸਪੈਂਡੀਚਰ ਸੀਗਾ ਮਤਲਬ ਉਹ ਵੈਲਿਊ ਬੈਲੈਂਸ ਸ਼ੀਟ 'ਚ ਜਾਣੀ ਬਣਦੀ ਸੀਗੀ, ਪਰ ਆਪਾਂ ਗਲਤੀ ਨਾਲ ਇੱਥੇ ਭੇਜਤੀ। ਮੰਨ ਕੇ ਚੱਲੋ ਜੇ ਬੈਲੈਂਸ ਸ਼ੀਟ 'ਚ ਭੇਜ ਵੀ ਦਿੰਦੇ ਤਾਂ ਫਿਰ ਵੀ ਇੱਕ ਚੀਜ਼ ਬਣਦੀ ਹੋਰ ਖਾਸ, ਇੱਕ ਚੀਜ਼ ਆਉਂਦੀ, ਉਹ ਹੈਗੀ ਡੈਪਰੀਸੀਏਸ਼ਨ। ਅਗਰ ਤੁਸੀਂ ਗਲਤੀ ਨੂੰ ਸੈੱਟ ਕਰ ਰਹੇ ਹੋ ਤਾਂ ਚੰਗੀ ਤਰ੍ਹਾਂ ਸੈੱਟ ਕਰੋ, ਤੁਸੀਂ ਫਿਰ ਡੈਪਰੀਸੀਏਸ਼ਨ ਵੀ ਕੰਸੀਡਰ ਕਰੋ, ਕਿਉਂਕਿ ਜੇ ਤੁਸੀਂ ਇੱਥੇ ਭੇਜਦੇ ਉਸ ਵੈਲਿਊ ਨੂੰ, ਲੱਖ ਰੁਪਏ ਨੂੰ ਇੱਥੇ ਭੇਜਦੇ ਤਾਂ ਡੈਪਰੀਸੀਏਸ਼ਨ ਵੀ ਲੱਗਦੀ। ਹੁਣ ਤੁਸੀਂ ਉਹ ਡੈਪਰੀਸੀਏਸ਼ਨ ਨਹੀਂ ਲਾਈ, ਉਹ ਹੁਣ ਲਗਾਵਾਂਗੇ, ਕਿਸ ਹਿਸਾਬ ਨਾਲ ਲਗਾਵਾਂਗੇ ਉਹ ਧਿਆਨ ਨਾਲ ਦੇਖਿਓ। ਲੱਖ ਰੁਪਏ ਦੇ ਉੱਤੇ ਡੈਪਰੀਸੀਏਸ਼ਨ ਉੱਥੇ ਲਿਖਿਆ ਵੀ ਪਿਆ ਕੁਐਸਚਨ ਦੇ ਵਿੱਚ, ਡੈਪਰੀਸੀਏਸ਼ਨ ਇਜ਼ ਚਾਰਜਡ ਐਟ ਦ ਰੇਟ 20% ਪਰ ਐਨਮ ਔਨ ਰਿਟਨ ਡਾਊਨ ਵੈਲਿਊ ਮੈਥਡ। ਰਿਟਨ ਡਾਊਨ ਵੈਲਿਊ ਮੈਥਡ ਕਹਿੰਦੇ ਇਸ ਹਿਸਾਬ ਨਾਲ ਲਗਾਉਣੀ ਹੈ। ਚਲੋ ਪਹਿਲਾਂ ਡੈਪਰੀਸੀਏਸ਼ਨ ਸ਼ੁਰੂਆਤ ਕਰਦੇ ਹਾਂ। ਲੱਖ ਰੁਪਏ ਦੇ 20%, ਲੱਖ ਦਾ 20% ਇੰਨਾ ਕੁ ਨਹੀਂ ਕੱਢਣਾ, ਗਲਤ ਹੋ ਜਾਊਗਾ। ਪਤਾ ਕਿਉਂ? ਉਹਨਾਂ ਨੇ ਕਿਹਾ ਸੀਗਾ ਇਹ ਸਾਰਾ ਕਲੇਸ਼ ਹੋਇਆ 1 ਜੁਲਾਈ 2018 ਨੂੰ, ਇਹ ਸਾਰਾ ਜਿਹੜਾ ਪੰਗਾ ਹੋਇਆ 1 ਜੁਲਾਈ 2018 ਦਾ, ਤਾਂ ਤੁਸੀਂ ਡੈਪਰੀਸੀਏਸ਼ਨ ਲਗਾਓਗੇ 1 ਜੁਲਾਈ 2018 ਤੋਂ ਸ਼ੁਰੂ ਕਰਕੇ ਅਪ੍ਰੈਲ ਮਈ ਜੂਨ ਕੱਟਿਆ ਗਿਆ, ਪਿੱਛੇ ਬਚੇ 9 ਮਹੀਨੇ, ਤਾਂ ਤੁਸੀਂ 9 ਮਹੀਨੇ ਦੀ ਡੈਪਰੀਸੀਏਸ਼ਨ ਲਗਾਓਗੇ ਇੱਥੇ 9/12, ਇਹ ਜ਼ੀਰੋਆਂ ਗਈਆਂ, 15,000 ਰੁਪਏ ਆ ਗਿਆ। ਹੁਣ ਇਹ ਡੈਪਰੀਸੀਏਸ਼ਨ ਸੀ ਜਿਹੜੀ ਨਹੀਂ ਲਾਈ ਹੋਈ ਆਪਾਂ ਨੇ, ਪਰ ਹੁਣ ਲਗਾਉਣ ਲੱਗੇ ਆ, ਫਿਰ ਕਿਵੇਂ ਲਗਾਓਗੇ? -15,000। ਕਲੀਅਰ ਹੈ? ਤੇ ਅਗਲੀ ਗੱਲ ਵੀ ਧਿਆਨ ਨਾਲ ਸੁਣਿਓ, ਰਿਟਨ ਡਾਊਨ ਵੈਲਿਊ ਮੈਥਡ ਕੀ ਹੁੰਦਾ? ਡੈਪਰੀਸੀਏਸ਼ਨ ਹਰ ਸਾਲ ਲੱਗਦੀ ਹੈ, ਬਿਲਕੁਲ ਠੀਕ, ਹਰ ਸਾਲ ਲੱਗਦੀ ਹੈ, ਪਰ ਜਦੋਂ ਰਿਟਨ ਡਾਊਨ ਵੈਲਿਊ ਮੈਥਡ ਲਿਖਿਆ ਹੈ ਮਤਲਬ ਜਿਹੜੀ ਵੈਲਿਊ ਬਚੀ ਹੋਈ ਹੈ ਐਸੈਟ ਦੀ ਉਸ ਤੇ ਡੈਪਰੀਸੀਏਸ਼ਨ ਲਾਓ। ਦੁਬਾਰਾ ਸਮਝੋ, ਲੱਖ ਰੁਪਏ ਦਾ ਐਸੈਟ ਸੀ, 15,000 ਦੀ ਡੈਪਰੀਸੀਏਸ਼ਨ ਨਾ ਉਸੇ ਸਾਲ ਲੱਗ ਗਈ, ਪਿੱਛੇ ਬਚਿਆ 85,000 ਦਾ ਐਸੈਟ ਤੁਹਾਡਾ। ਹੁਣ ਇਸ ਤੇ ਡੈਪਰੀਸੀਏਸ਼ਨ ਲਾਓ, ਕਿੰਨੇ ਪਰਸੈਂਟ ਹੈ? 20%। ਇਹੀ ਹੈ ਨਾ, 20% ਸੀਗਾ, ਗਿਆ 17,000 ਰੁਪਏ। ਨੈਕਸਟ 'ਚ ਅਗਲੇ ਸਾਲ 17,000 ਦੀ ਡੈਪਰੀਸੀਏਸ਼ਨ ਲੱਗੇਗੀ। ਇਹ ਪੁਆਇੰਟ ਡੈਪਰੀਸੀਏਸ਼ਨ ਵਾਲਾ ਮੋਸਟ ਇੰਪੋਰਟੈਂਟ ਪੁਆਇੰਟ ਹੈ। ਜਦੋਂ ਵੀ ਕਿਤੇ ਇਹੋ ਜਿਹੇ ਪੰਗੇ ਆਉਣਗੇ, ਇਹੋ ਜਿਹੇ ਪੰਗੇ ਕਿਹੜੇ ਪੰਗੇ? ਆਹ ਵਾਲੇ ਪੰਗੇ, ਕੈਪੀਟਲ ਐਕਸਪੈਂਡੀਚਰ ਨੂੰ ਜਦੋਂ ਰੈਵਨਿਊ ਕੰਸੀਡਰ ਕਰ ਲਿਆ ਤਾਂ ਉੱਥੇ ਦੋ ਐਡਜਸਟਮੈਂਟਾਂ ਪੱਕਾ ਹੋਣਗੀਆਂ। ਇੱਕ ਤਾਂ ਆਹ ਗਲਤੀ, ਜਿਹੜੀ ਆਹ ਗਲਤੀ ਸੀਗੀ ਵੀ ਆਹ ਲੱਖ ਰੁਪਏ ਆਪਾਂ ਚੱਕੇ P&L 'ਚ ਪਾਤਾ, ਉਹਦੇ ਨਾਲ ਪ੍ਰੋਫਿਟ ਘਟ ਗਿਆ, ਤਾਂ ਹੁਣ ਉਹਨੂੰ ਸੈੱਟ ਕਰਨ ਵਾਸਤੇ ਲੱਖ ਰੁਪਏ ਐਡ ਕਰਤਾ। ਦੂਜੀ ਗੜਬੜ, ਡੈਪਰੀਸੀਏਸ਼ਨ ਨਹੀਂ ਲੱਗੀ ਹੋਈ, ਤਾਂ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ ਹਰੇਕ ਵਾਰੀ, ਠੀਕ ਹੈ? ਹਰੇਕ ਵਾਰੀ ਦੋ ਗੱਲਾਂ ਲੁਕੀਆਂ ਪਈਆਂ ਹੋਣਗੀਆਂ, ਚਾਹੇ ਇਹਦਾ ਪੁੱਠਾ ਆ ਜਾਵੇ। ਪੁੱਠਾ ਕਿਵੇਂ? ਰੈਵਨਿਊ ਨੂੰ ਕੈਪੀਟਲ ਟਰੀਟ ਕਰ ਲਵੇ ਜੇ, ਤਾਂ ਉੱਥੇ ਵੀ ਦੋ ਗੱਲਾਂ ਦੇਖਣੀਆਂ ਪੈਣਗੀਆਂ, ਜਿਹੜੀ ਉਹ ਗਲਤੀ ਹੋਈ ਹੈ ਤੇ ਡੈਪਰੀਸੀਏਸ਼ਨ ਵੀ। ਤਾਂ ਇਹ ਦੋਨੇ ਗੱਲਾਂ ਦਾ ਧਿਆਨ ਰੱਖਿਓ। ਬਸ ਆਪਣਾ ਕੰਮ ਹੋ ਗਿਆ, 3 ਸੀਗੀਆਂ ਐਡਜਸਟਮੈਂਟਾਂ, ਤੇ ਹੁਣ ਆਪਾਂ ਕੁਐਸਚਨ ਨਿਬੇੜੀਏ। ਇਹਦੀ ਸੈਟਿੰਗ ਜੀ ਕਰ ਲਈ ਆਪਾਂ ਨੇ, ਐਡਜਸਟਮੈਂਟ, ਤੇ ਇੱਥੇ ਲਿਖਦੇ ਆਪਾਂ ਨੋਰਮਲ ਪ੍ਰੋਫਿਟ। ਲਓ ਦੇਖੋ ਜੀ, ਨੋਰਮਲ ਪ੍ਰੋਫਿਟ ਕਿੰਨਾ ਹੋਊਗਾ? ਪਹਿਲੇ ਸਾਲ ਨਾਲ ਕੋਈ ਚੱਕਰ ਨਹੀਂ ਹੈਗਾ, 90, ਇਹਦਾ ਕੋਈ ਐਡਜਸਟਮੈਂਟ ਹੀ ਨਹੀਂ ਹੈਗੀ, 90,000। ਦੇਖੋ ਜਾਂ ਤਾਂ ਇੱਥੇ ਬ੍ਰੈਕਟ ਪਾ ਲਓ, ਜਾਂ ਇਹਦੇ ਬ੍ਰੈਕਟ 'ਚ ਇੱਥੇ ਲਿਖ ਦਿਓ ਲੋਸ, ਤੁਹਾਡੀ ਸ਼ਰਧਾ, ਜਿਵੇਂ ਮਰਜ਼ੀ ਕਰ ਸਕਦੇ ਹੋ। ਤੇ ਆ ਮਾਈਨਸ ਕੀਤਾ 1,10,000 ਆ ਗਿਆ ਜੀ, ਆ ਪਲੱਸ ਕੀਤਾ 1,70,000 ਆ ਗਿਆ। ਹੁਣ ਆ ਇਹਦੀ ਸੈਟਿੰਗ ਜੀ ਕਰਕੇ ਬਣਦਾ 85, 8, 14, 15, 1,50,000 ਆ ਗਿਆ। ਇਹਦੇ ਵਿੱਚੋਂ ਮਾਈਨਸ ਕਰਾਂਗੇ 1,60,000 ਆ ਗਿਆ ਜੀ। ਇੱਥੇ ਹੁਣ ਇਹ ਸਾਰਿਆਂ ਨੂੰ ਐਡ ਕਰਨਾ ਹੈ, ਬਟ ਧਿਆਨ ਨਾਲ, ਕਿਉਂਕਿ ਇਹ ਵੈਲਿਊ ਇੱਥੇ ਇੱਕ ਨੈਗੇਟਿਵ ਵਾਲੀ ਹੈ। ਇਹਨਾਂ ਸਾਰਿਆਂ ਦਾ ਪਲੱਸ ਕਰਿਓ, ਜਿੰਨਾ ਆਊਗਾ ਉਹ 'ਚ 90,000 ਆਪਾਂ ਉਡਾ ਦਾਂਗੇ, ਮਾਈਨਸ ਕਰਾਂਗੇ। ਇਹ ਬਣੇਗਾ 19 1 ਲੱਖ। ਇਹ ਸਾਰਾ ਕਰ ਕਰਾ ਕੇ 5 ਲੱਖ ਦੀ ਇੱਥੇ ਵੈਲਿਊ ਆਊਗੀ।
5 ਲੱਖ किवें आया, टोटल किया 90 माइनस किया तो 5 ਲੱਖ आया। अगली गल बस अपना काम खत्म है। किवें ये सारा जिहड़ा कीती ना कैलकुलेशन वगैरह जो भी किया ये सारा करियो वर्किंग नोट दे विच, ठीक है जी। अभी मैं इत्थे इरेज कर देवां। हुण गल की है, सब तो पहला तो आ कड्ढण दी लोड़ है एवरेज प्रॉफिट कितना है 5 लाख डिवाइड बाय कितने साल से गए 1 2 3 4 5 5 ना डिवाइड मारी एवरेज प्रॉफिट आ गया जी लाख रुपए का, ठीक है। तो गुडविल कढ़ने का तरीका की होंदा सीगा, एवरेज प्रॉफिट मल्टीप्लाइड बाय नंबर ऑफ ईयर्स परचेज, ठीक है। आ कर लो एवरेज प्रॉफिट लाख रुपया तुहाडा, नंबर्स ऑफ ईयर परचेज आप लिखा सीगा आई थिंक, एक मिनट मैं कन्फर्म कर लवां जब तक मेरे ध्यान 3 साल लिखे सीगे आपां ने, मेरा क्वेश्चन गुम गया, चलो ये भी हो जाना होना कदे कदे। हाँ जी इत्थे है 3 साल हैं जी, तो आंसर आ गया अपने को 3 लाख रुपए, रुपए जरूर पा लियो बस, क्वेश्चन इन्ना कोई सीगा, ठीक है जी। हुण आपां एक अगला क्वेश्चन करते हैं, नैक्सट क्वेश्चन। हाँ जी एक होर क्वेश्चन करते हैं जिहदी स्टेटमेंट थोड़ी जी प्यारी है, तो इस क्वेश्चन के 4 एडजस्टमेंट्स ने तकड़े वालियां 4, तो अगर ये समझ आ गया लगभग गुडविल चैप्टर के जिहड़े तकड़े वाले डाउट्स ने वो क्लीयर हो जाएंगे। 4 एडजस्टमेंट सब तो तकड़ियाँ, देखियो ज़रा मैं तुम्हें इत्थे भी दिखा देना। सब तो पहले लिखी हुई है इतने स्टार्टिंग से लिखा ऑन स्क्रूटनी ऑन ऑफ द अकाउंट्स फॉलोइंग मैटर्स आर रिवील्ड, भी मतलब ऑब्जर्व करने ते पता लग गया कि आ चीज़ां बाहर निकलियां ने। पहला पॉइंट, ऑन 1 December 2017 मेजर रिपेयर वाज कैरिड आउट इन रिस्पैक्ट ऑफ प्लांट इनकरिंग 60,000, कहते कोई रिपेयर कराई 2017 दसंबर की गल है, 1 दिसंबर 2017 60,000 लग्या खर्चा रिपेयर कराने ते विच एनहैंसड द कैपेसिटी ऑफ मशीन, जिहदे नाल मशीन की कैपेसिटी बढ़ गई एंड इट वाज चार्ज टू रेवेन्यू। हुण गड़बड़ की हुई है, देखो रिपेयर जित तक वो कह रहे थे ना, कह रहे थे भी रिपेयर कराई है, ठीक है आपां नूं भी लग्या भी रेवेन्यू एक्सपेंडिचर है, क्योंकि रिपेयर जिहड़ी हुंदी है वो नॉर्मल है, कोई चीज़ थोड़ी खराब खरूब हो गई रिपेयर कराना पै गया, वो चलता रहिंदा, वो रैकरिंग एक्सपेंस है। पर वो स्पेशल उन्होंने लिखा भी कहते रिपेयर कराने नाल मशीन की कैपेसिटी बढ़ गई, थोड़ी मशीन अगे नालों तकड़ी हो गई। तो अगर ऐसा है तो तुसी उन्होंने कैपिटल एक्सपेंडिचर कंसीडर करना सी, पर आपां चक के गलती नाल रेवेन्यू एक्सपेंडिचर च झाड़ता। तो हुण कहते डेप्रीसीएशन लाओ 10% के हिसाब नाल रिड्यूसिंग बैलेंस मैथड। चलो पहला आप इसकी छाल मारते हैं आराम नाल, बाकी पॉइंट मैं हले नहीं पढ़ता, पहला इसनूं आराम नाल करो। 60,000 की उही सेम गलती हुई है जिहड़ी पिछले क्वेश्चन च हुई सी। 60,000 का खर्चा कैपिटल एक्सपेंडिचर सी, बैलेंस शीट च जाना बनता सी, उहदे नाल एसिड की वैल्यू वधनी बनती सी, आपां चक के पी एंड एल छड्डता। वो गलती ना होया कि उहदे नाल प्रॉफिट घट गया, अज सैटिंग कर लो प्रॉफिट वधा देवांगे। किहड़े साल का 1 दिसंबर 2017 की गल है, किहड़े साल च वधाओगे 18 च, क्योंकि ये सारे जिहड़े ने मैं तुहानूं दिखा दिना, ये मार्च ये सारे मार्च दे सीगे। तां 60,000 रुपया 2018 वाले च ऐड करांगे, इन्नी गल ओके। अगली गल जिहड़ी सीगी मैं कहा सी हिडन एडजस्टमेंट हुंदी है डेप्रीसीएशन वाली, ਉਹਦਾ भी हिसाब किताब ये पिछे करना। डेप्रीसीएशन लगाउणी है हुण, क्योंकि आपां लगाई नहीं पहला, 10% लाउणी है रिड्यूसिंग बैलेंस मैथड के हिसाब नाल। 60,000 ते 10% डेप्रीसीएशन पर महीने देख के। एक गल हो रही है 1 दिसंबर 2017 की, अपना हिसाब किताब मुक रहा इत्थे मार्च 2018 नूं। 1 दिसंबर 2017 तो मार्च 2018, दिसंबर 1 मार्च 31, 4 महीने। इनू सॉल्व किया, ये आ गया 2,000 रुपये
ਤਾਂ 2000 ਦੀ ਡੈਪਰੀਸੀਏਸ਼ਨ ਇੱਥੇ ਲੱਗ ਜੂਗੀ, ਮਾਈਨਸ ਹੋ ਜੂਗੀ ਓਬਵੀਅਸ ਡੈਪਰੀਸੀਏਸ਼ਨ ਇੱਕ ਤਰੀਕੇ ਦਾ ਲੋਸ ਹੈ। ਚਲੋ ਅਗਲੀ ਗੱਲਬਾਤ देखो, ਡੈਪਰੀਸੀਏਸ਼ਨ हर साल लगती है, ये ना भुल्लियो प्लीज़, हर साल ਡੈਪਰੀਸੀਏਸ਼ਨ लगती है। तो जी ਡੈਪਰੀਸੀਏਸ਼ਨ 2018 च लगी है 19 च भी लगूगी, 18 च लगी है ना, 19 च भी लगेगी। कितनी लगेगी बस उस पर दिमाग लाया माड़ा जा। 19 की ਡੈਪਰੀਸੀਏਸ਼ਨ कहते लानी है रिड्यूसिंग, मतलब जी ਡੈਪਰੀਸੀਏਸ਼ਨ का मैथड उन्होंने यूज़ किया है रिड्यूसिंग बैलेंस मैथड। ये उही मैथड है जिन्होंने आप रिटन डाउन वैल्यू मैथड बोलते हैं। मतलब 60,000 की चीज़ 2000 की डैप्रीसीएशन तो पहले लग गई, जिन्ने दी हुण बची है जिहड़ी उहदी करंट वैल्यू है उत्ते डैप्रीसीएशन लगाओ। 60,000 चो 2000 चकते 58,000 की मशीन बची है, उत्ते 10% डैप्रीसीएशन लगाया, अगले साल 5800 रुपये की डैप्रीसीएशन लगेगी। ओके, इन्नी गल बात। चलो अगला सैकंड पॉइंट पढ़ते हैं। कहते क्लोजिंग स्टॉक 31 मार्च 2017 वाला ओवर वैल्यू हो गया 24,000 रुपये। 31 मार्च 2017 मतलब गड़बड़ हुई है इत्थे 17 च, ठीक है। क्लोजिंग स्टॉक ओवर वैल्यू, दिमाग ठंडा रख के सोचना है, अगर मेरा क्लोजिंग स्टॉक बढ़ता है तो प्रॉफिट बढ़ूगा कि घटूगा। क्लोजिंग स्टॉक रेवन्यू वाली साइड ते ही हुंदा, सेल वाली साइड ते ही हुंदा, तो जो क्लोजिंग स्टॉक बंद करता तुसी तो प्रॉफिट भी बढ़ जूगा तुहाडा। गड़बड़ ही यह है, प्रॉफिट बढ़ गया, सैट करो, किवें सैट करोगे, घटा के अगर कोई चीज़ वधी है गलती नाल सैट करने लई माइनस कर देंगे। किन्ने दा 24,000 का 24,000 रुपये इत्थे माइनस। हुण एक गल ध्यान नाल सुनियो, जदों भी ध्यान नाल सुनो, जदों भी क्लोजिंग स्टॉक लिखा आ गया, या वैसे तो ओपनिंग नहीं आएगा, क्लोजिंग ही आएगा नॉर्मली, चलो ओपनिंग भी आ गया या क्लोजिंग आ गया, जदों भी क्लोजिंग या ओपनिंग, जदों भी क्लोजिंग स्टॉक लिखा आ गया उहदा इफैक्ट फिर ओपनिंग वाले का भी पऊगा। क्यों, ध्यान नाल समझो, जिहड़ा मार्च 17 का 31 मार्च 2017 जिहड़ा इत्थे क्लोजिंग स्टॉक है, ठीक है, जिहड़ा इत्थे क्लोजिंग स्टॉक है उही सेम चीज़ इत्थे आप कहिए 2018-19 इस जिहड़ा 17 वाला साल सीगा ये सीगा 2016-17, जिहड़ा अगला साल आऊगा अपना 2017-18 वाला, उहदे वास्ते जिहड़ा क्लोजिंग है उहदे वास्ते की बन जूगा ओपनिंग स्टॉक। आ गल समझ आई, जिहड़ा मेरा पिछले साल क्लोजिंग है वही इस साल का ओपनिंग होगा, यही गल होंदी है। मैं बस ये समझा रहा कि अगर गड़बड़ इस च हुई है तो इस च भी होगी, तो मतलब एक एडजस्टमेंट तुहानूं दो एडजस्टमेंट देखने मिलणगियां। उत्थे सिर्फ क्लोजिंग लिखे पर आप दिमाग लावांगे कि जे क्लोजिंग च गड़बड़ हुई है वही तो ओपनिंग बनता होंदा। 31 मार्च 2017 जिहड़ा क्लोजिंग स्टॉक है 1 अप्रैल 2017 नूं वही फिर ओपनिंग स्टॉक बन जूगा। मतलब जे इस च गड़बड़ है तो उस च भी गड़बड़ है। तो हुण मतलब ये है कि 2017-18 वाले टाइम दे विच जिहड़ा ओपनिंग स्टॉक है वो गलत होया पिया। की गलत होया पिया? वो ओवर वैल्यूड है, ਉਹਦੀ कीमत ਵਧਾ के लिखी हुई है। किन्नी ਵਧਾ के लिखी हुई है? 24,000 ਵਧਾਇਆ ਹੋਇਆ। अगर ओपनिंग स्टॉक ਵੱਧਦਾ है, ਹੁਣ ਧਿਆਨ ਨਾਲ ਅੱਗੇ ਸੁਣੋ, अगर ओपनिंग स्टॉक ਵੱਧਦਾ है, ओपनिंग स्टॉक रेवेन्यू के पुठे पासे ਹੁੰਦਾ, रेवेन्यू सज्जे हथ, ओपनिंग स्टॉक खब्बे हथ। अगर ओपनिंग स्टॉक की वैल्यू ਵੱਧਦੀ है तो ਤੁਹਾਡਾ प्रॉफिट घट जाएगा। अगर एक्सपेंस वाली साइड ਵੱਧਦੀ है, क्योंकि एक्सपेंस वाली साइड ਤੇ ਹੁੰਦਾ ना ओपनिंग स्टॉक, अगर ओपनिंग स्टॉक की वैल्यू ਵੱਧ ले ली तुसी तो ਤੁਹਾਡਾ प्रॉफिट घट जाएगा। और फिर उसकी सैटिंग किवें करोगे? लग गया पता? तो इत्थे 24,000 रुपया ऐड करांगे। हुण तुसी रट्टा भी एक तरीके नाल मार सकते हो, कई मार लैंदे ने वैसे। अगर क्लोजिंग स्टॉक का जिहड़ा इत्थे कुछ कीता है उहदा बिल्कुल उल्टा अगले साल च होऊगा। पर यह तुसी देखो दो बार जिहड़ा काम होया सिर्फ उदों होएगा जदों आ वर्ड लिखिया क्लोजिंग स्टॉक या लिखिया होवे ओपनिंग स्टॉक। कई बारी क्वेश्चन दे विच सिर्फ स्टॉक लिखिया आ जांदा, सिर्फ स्टॉक। तो तुसी एक बार इहदा हिसाब किताब करना, सिर्फ एक बार इस नूं एक तरीके नाल जे आपां कहीए
स्टॉक लिखा आ गया, अगर इसकी ओवर वैल्यूएशन है तो सीधी जी गल है प्रॉफिट बढ़ गया, अगर अंडर वैल्यूएशन है मतलब प्रॉफिट घट गया। ठीक है, कला स्टॉक लिखा आया तो दो दो काम नहीं करने, मैं सिर्फ ये समझा रहा, प्यार ना गल मेरी सुन लो। जे क्वेश्चन के कला स्टॉक लिखा आ गया तो दो दो कलेस नहीं करने। हाँ, जे क्लोजिंग स्टॉक लिखा आ गया तो ओपनिंग वाले का हिसाब किताब भी नाल होगा। क्लीयर इन्ना पॉइंट। चलो हुण छाल मारते हैं अगले पॉइंट पर। दूजा पॉइंट भी आपां निबेड़ लिया। तीजा पॉइंट देखियो, तीजे लिखे है टू कवर मैनेजमेंट कोस्ट एनुअल चार्ज ला रहे हैं 48,000 रुपया शुड बी मेड फॉर द परपज़ ऑफ गुडविल वैल्यूएशन। मैनेजमेंट कहते साडी बड़ी हिम्मत है, बड़ा काम करती है, वो वास्ते भी खर्चा कढ़दी है। 48,000 रुपया कहना कड्डो प्रॉफिट विचों दी। नाले उत्थे ये नहीं लिखा भी किहड़े साल च कढ़ना है, उत्थे एक वर्ड लिखा होया, ध्यान नाल देखियो वर्ड की है, वर्ड लिखे एनुअल। एनुअल की हुंदा है? सालाना, हर साल कढ़ना है। तो 48,000 रुपया, चलो जी कर दो माइनस 48,000 तो इधर भी 48,000। क्लीयर? ओके, हर साल का खर्चा कटता। चौथा पॉइंट सब तो तगड़ा पॉइंट है, तो सुन के मज़ा आ जाएगा, करके भी मैं कह रहा जिमें भी मज़ा आ जाएगा। ध्यान नाल सुनियो, ध्यान नाल। चौथा पॉइंट, ऑन 1 अक्टूबर 2016 अ मशीन हैविंग बुक वैल्यू 20,000 वाज सोल्ड फॉर 22,000। कहते 20,000 की मशीन सी, 1 अक्तूबर 2016 की गल है, मैं तुम्हें माड़ा लिख के दिखा देना। इस डेट नूं कोई मशीन सी जिहड़ी कि 20,000 की सी, आपां चुका दित्ती, बेच दित्ती 22,000 की। ठीक है, चलो अगे बढ़ो, गलती की होगी अगे पता लगूगा। बट द प्रोसीड्स वर रोंगली क्रेडिटेड टू प्रॉफिट एंड लॉस अकाउंट। प्रोसीड की होंगे? जो पिछले साल डेप्रीशिएशन वाला चैप्टर किया होएगा तो उस च वर्ड बड़ा घूमता, सेल प्रोसीड। प्रोसीड मतलब बेच के कितना पैसा वटिया, कितना पैसा तुहाडे हत्थ विच आया, इहनूं कहना प्रोसीड। कहते जिहड़ा प्रोसीड सी, जिहड़ी अमाउंट सी प्रोसीड वाली 22,000 रुपया, चक के सारी P&L अकाउंट च पाती। वाहिगुरू, 22,000 चक के P&L अकाउंट च पाता। वैसे P&L अकाउंट च कितना आना सी पता? किन्ने रुपए का फायदा होया? सिर्फ 2,000 का। 2,000 रुपया P&L अकाउंट च आना सीगा, आपां चक के 22 भरदा। ठीक है, अगली गल सुनो ध्यान नाल। हुण कहंदे हुण डेप्रीशिएशन वाली गल भी कहंदे, नाल एक लिखिआ नो इफैक्ट हैज़ बीन गिवन टू रैक्टिफाई द सेम। जिहड़ी आ गलती हुई है इनू रैक्टिफाई करने वास्ते भी उन्होंने कख नहीं किया। एक गल ना ध्यान नाल समझिओ, इहदा एक्चुअल इफैक्ट की बनदा सी वैसे, जदों तुसीं कोई एसेट बेचदे हो, जदों एसेट विक जाती है, वो अमाउंट कैश तो ऐड हो ही जाती है, नाले वो एसेट बैलेंस शीट चों गैप हो जाता। गल समझ आई? अगर कोई एसेट विकदा है, वो चला गया तो वह बैलेंस शीट चों उड़ जूगा। पर कहते आपां ने तो कुछ किया ही नहीं, आपां चक्के P&L च अमाउंट पाती, बैलेंस शीट वाला काम भी नहीं किया। मतलब वो एसेट जिहड़ा बैलेंस शीट चों गायब हो जाना चाहिए सी, वो गायब करना भुल गए। तो जो आप एसेट गायब करना भुल गए, एक होर गड़बड़ हुई, हर साल मूँह चक्या उस तो बाद आप डेप्रीशिएशन लगाई जा रहे हैं, जबकि एसेट उत्ते है नहीं, पर तो बुक दे विच आप लिखिया पे आपने, आप तो गायब करना भुल गए, तो वो डेप्रीशिएशन भी लगाई जा रहे हैं हर साल। तो हुण तुहानूं इत्थे दो गल्लां समझ आईयां, एक तो आ सत्यानाश किया, एक डेप्रीशिएशन का भी कल्याण किया। हुण आप दोहें गल्लां नूं आराम नाल फड़ांगे, काली ना करियो, आराम नाल करदे हैं। सब तो पहले तो आ गड़बड़ सैट करो। 20,000 रुपया देखो, 2,000 तो पैना ही पैना सीगा, 20,000 रुपया आप P&L अकाउंट च फालतू का पाता। किहड़े साल की गल है? 1 अक्तूबर 2016 की गल है। साल कद खत्म होएगा? 17 दे विच। ये सैटिंग आप 17 च करांगे जी। तो की करोगे? 20,000 रुपया इत्थे माइनस। पर एक चीज़ होर समझो, ये गल समझ आई? 22,000 देखो P&L अकाउंट च पाता उन्होंने, जबकि पाना सिर्फ 2,000 चाहिए सीगा। 20,000 जो पाया वो तो नीरा ही गलत है,
ਉਹ ਤਾਂ ਬਿਲਕੁਲ ਨਹੀਂ ਸੀ ਪਾਉਣਾ ਚਾਹੀਦਾ। ਜਿਹੜਾ 2000 ਉੱਪਰੋਂ ਪਾਇਆ ਪ੍ਰੋਫਿਟ, ਜਦੋਂ ਆਪਾਂ ਐਸਟ ਵੇਚਦੇ ਹਾਂ ਉਹਦਾ ਪ੍ਰੋਫਿਟ ਆਪਾਂ ਪ੍ਰੋਫਿਟ ਐਂਡ ਲੋਸ ਅਕਾਊਂਟ 'ਚ ਜ਼ਰੂਰ ਪਾਉਂਦੇ ਹੁੰਦੇ ਹਾਂ, ਪਰ ਗੁੱਡਵਿਲ ਕੱਢਣ ਲੱਗਿਆ ਉਸ ਪ੍ਰੋਫਿਟ ਨੂੰ ਵੀ ਕੰਸੀਡਰ ਨਹੀਂ ਕਰਦੇ। ਧਿਆਨ ਨਾਲ ਸੁਣਿਓ, ਜਦੋਂ ਆਪਾਂ ਐਸਟ ਵੇਚਦੇ ਹਾਂ ਨਾ ਉਹਦਾ ਪ੍ਰੋਫਿਟ P&L 'ਚ ਜ਼ਰੂਰ ਆਉਂਦਾ, ਪਰ ਇੱਕ ਤਰੀਕੇ ਨਾਲ ਉਹ ਅਬਨੋਰਮਲ ਜਿਹਾ ਗੇਨ ਬਣ ਜਾਂਦਾ, ਮਤਲਬ ਐਸਾ ਗੇਨ ਆ ਜਿਹੜਾ ਫਿਕਸਡ ਐਸਟ ਦੇ ਉੱਤੇ ਹੋਇਆ, ਤਾਂ ਉਸ ਨੂੰ ਵੀ ਆਪਾਂ ਕੰਸੀਡਰ ਨਹੀਂ ਕਰਦੇ। ਤੁਸੀਂ ਇੱਥੇ ਭਾਵੇਂ ਸਿੱਧਾ ਹੁਣ 22,000 ਲਿਖ ਲਓ, ਜਾਂ ਮੇਰੀ ਆਦਤ ਇਹ ਹੁੰਦੀ ਹੈ ਕਿ ਬੱਚਿਓ 20,000 ਇੱਥੇ ਲਿਖੋ ਤੇ 2,000 ਹੋਰ ਅਲੱਗ ਐਵੇਂ ਲਿਖ ਦਿਓ ਕਿ 20,000 ਜਿਹੜਾ ਗਲਤ ਕੰਮ ਕੀਤਾ ਉਹ, ਤੇ ਜਿਹੜਾ 2,000 ਜਿਹੜਾ ਆਪਾਂ ਵੈਸੇ ਵੀ ਨਹੀਂ ਆਪਾਂ ਪਾਉਂਦੇ ਹੁੰਦੇ, ਜਿਹੜਾ ਸੇਲ ਪ੍ਰੋਫਿਟ ਹੈ ਔਨ ਸੇਲ ਆਫ ਫਿਕਸਡ ਐਸਟ ਹੈ, ਇੱਕ ਉਹਦੇ ਆਪਾਂ ਮਾਈਨਸ ਕਰਤਾ। ਚਲੋ ਹੁਣ ਆਹ ਤਾਂ ਕੰਮ ਨਿਬੜ ਗਿਆ। ਹੁਣ ਰਹੀ ਗੱਲ ਡੈਪਰੀਸੀਏਸ਼ਨ ਵਾਲੀ, ਉਹਦਾ ਕੀ ਰੋਲ ਹੈ ਇੱਥੇ, ਧਿਆਨ ਨਾਲ ਸਮਝਿਓ। ਦੇਖੋ ਜਿਹੜੀ ਮਸ਼ੀਨ ਵੇਚੀ ਸੀਗੀ 20,000 ਦੀ ਸੀਗੀ, 1 ਅਕਤੂਬਰ 16 ਨੂੰ ਮਸ਼ੀਨ ਵਿਕ ਗਈ, ਪਰ ਆਪਾਂ ਨੇ ਆਪਣੀ ਬੁੱਕਸ 'ਚੋਂ ਗਾਇਬ ਨਹੀਂ ਕੀਤੀ, ਉਹ ਬੈਲੈਂਸ ਸ਼ੀਟ 'ਚ ਉੱਥੇ ਪਈ ਰਹਿ ਗਈ। ਫਿਰ ਹੋਇਆ ਕੀ, ਹਰ ਸਾਲ ਮੂਰਖਾਂ ਵਾਂਗੂ ਉਸ ਤੋਂ ਬਾਅਦ ਆਪਾਂ ਡੈਪਰੀਸੀਏਸ਼ਨ ਲਗਾਈ ਜਾ ਰਹੇ ਹਾਂ, ਜਦ ਕਿ ਲਾਉਣੀ ਬਣਦੀ ਨਹੀਂ ਸੀਗੀ। ਤਾਂ ਜਿਹੜੀ ਆਪਾਂ ਡੈਪਰੀਸੀਏਸ਼ਨ ਲਗਾਈ ਜਾ ਰਹੇ ਹਾਂ ਉਹ ਵਾਪਸ ਲੈ ਲਓ, ਉਹਦਾ ਰਿਵਰਸ ਇਫੈਕਟ ਮਾਰੋ। ਡੈਪਰੀਸੀਏਸ਼ਨ ਦਾ ਰਿਵਰਸ ਕਿਵੇਂ ਮਾਰੋਗੇ? ਡੈਪਰੀਸੀਏਸ਼ਨ ਕੀ ਹੁੰਦੀ ਹੈ, ਐਕਸਪੈਂਸ ਹੋ ਜਾਂਦਾ, ਜੇ ਕਿਤੇ ਕਹਿ ਲਓ ਲੋਸ ਹੋ ਜਾਂਦਾ, ਉਹਦੇ ਨਾਲ ਪ੍ਰੋਫਿਟ ਘਟਦਾ। ਜੇ ਗਲਤ ਡੈਪਰੀਸੀਏਸ਼ਨ ਪਾਈ ਜਾ ਰਹੇ ਹੋ ਤੁਸੀਂ, ਇੰਨੇ ਸਾਲ ਹੋ ਗਏ, ਉਹ ਡੈਪਰੀਸੀਏਸ਼ਨ ਹੁਣ ਆਪਾਂ ਇੱਥੇ ਐਡ ਕਰਾਂਗੇ ਜੀ, ਪਲੱਸ ਕਰਦੇ ਜਾਵਾਂਗੇ। ਕਿਵੇਂ? 20,000 ਤਾਂ ਡੈਪਰੀਸੀਏਸ਼ਨ ਕੱਢੋ, ਠੀਕ ਹੈ, ਇੱਥੇ ਲਿਖਿਆ ਪਿਆ ਸੀਗਾ 10% ਰਿਡਿਊਸਿੰਗ ਬੈਲੈਂਸ ਮੈਥਡ, 10%। ਤੇ ਦੇਖੋ 1 ਅਕਤੂਬਰ ਤੱਕ ਤਾਂ ਡੈਪਰੀਸੀਏਸ਼ਨ ਲਾਉਣੀ ਬਣਦੀ ਹੈ, ਬਿਲਕੁਲ ਠੀਕ, ਪਰ ਜਦੋਂ ਮਸ਼ੀਨ ਵਿਕ ਗਈ ਉਸ ਤੋਂ ਬਾਅਦ ਜਿੰਨੀ ਵੀ ਡੈਪਰੀਸੀਏਸ਼ਨ ਲਾਈ ਹੈ ਸਾਰੀ ਗਲਤ। ਤਾਂ 1 ਅਕਤੂਬਰ 2016 ਤੋਂ ਬਾਅਦ ਵਾਲੀ ਡੈਪਰੀਸੀਏਸ਼ਨ ਕਰ ਲਓ ਹਿਸਾਬ, ਕਿੰਨੇ ਹੋਏ? 6 ਮਹੀਨੇ ਅਪੋਨ 12। ਇਹਦਾ ਹਿਸਾਬ ਜਾਂ ਲਾਓਗੇ ਜੇ ਤੁਸੀਂ, ਇਹ ਆ ਗਿਆ 1000 ਰੁਪਇਆ, ਤਾਂ 1000 ਰੁਪਇਆ 1 ਅਕਤੂਬਰ 16 ਸਾਲ ਕਦੋਂ ਮੁੱਕਦਾ? 17 'ਚ, ਤਾਂ 1000 ਰੁਪਏ ਇੱਥੇ ਪਲੱਸ ਕਰਾਂਗੇ। ਪਲੱਸ ਕੋ ਕੀਤਾ, ਇਹ ਡੈਪਰੀਸੀਏਸ਼ਨ ਹੈ, ਘਟਾਉਂਦੀ ਆ ਰਹੀ ਹੈ, ਇਹ ਪ੍ਰੋਫਿਟ ਨੂੰ ਘਟਾਉਂਦਾ, ਮਤਲਬ ਡੈਪਰੀਸੀਏਸ਼ਨ ਪ੍ਰੋਫਿਟ ਘਟਦਾ ਆ ਰਿਹਾ। ਅੱਜ ਆਪਾਂ ਸੈਟਿੰਗ ਕਰਨ ਲੱਗਿਆ ਵੀ ਹੋਈ ਯਾਰ ਗਲਤੀ ਨਾਲ ਡੈਪਰੀਸੀਏਸ਼ਨ ਆਪਾਂ ਪਾਤੀ ਸੀਗੀ, ਤਾਂ ਉਹ ਆਪਾਂ ਪ੍ਰੋਫਿਟ ਵਧਾ ਦੇਵਾਂਗੇ, 1000 ਰੁਪਏ ਪਲੱਸ ਕਰਤਾ, ਤੇ ਨਾਲੇ ਹਰ ਸਾਲ ਗਲਤ ਕੰਮ ਕਰਦੇ ਆ ਰਹੇ ਹੋ ਤੁਸੀਂ, ਤਾਂ ਫਿਰ ਆਪਾਂ ਇਹ ਡੈਪਰੀਸੀਏਸ਼ਨ ਦਾ ਜਿਹੜਾ ਕੰਮ ਹੈ ਨਾ ਹਰ ਸਾਲ ਕਰਾਂਗੇ, ਅਗਲੇ ਜਿੰਨੇ ਵੀ ਸਾਲ ਆਉਣਗੇ। ਕਿਵੇਂ ਕਰਾਂਗੇ? ਦੇਖੋ ਰਿਡਿਊਸਿੰਗ ਬੈਲੈਂਸ ਮੈਥਡ ਉਹਨਾਂ ਨੇ ਸਪੈਸ਼ਲ ਕਿਹਾ ਇੱਥੇ, ਰਿਡਿਊਸਿੰਗ ਬੈਲੈਂਸ ਮੈਥਡ, ਮਤਲਬ ਜਿਹੜਾ 20,000 ਦਾ ਸੀਗਾ ਮਸ਼ੀਨ 20,000 ਦੀ, 1000 ਰੁਪਏ ਡੈਪਰੀਸੀਏਸ਼ਨ ਕੱਢ ਕੇ ਪਿੱਛੇ ਕਿੰਨੀ ਬਚੀ? 19,000 ਦੀ ਬਚੀ। ਉਹ 19,000 ਦੀ ਮਸ਼ੀਨ ਤੇ ਤੁਸੀਂ ਹੁਣ ਲਗਾਓ ਜੀ ਡੈਪਰੀਸੀਏਸ਼ਨ, 10% ਲਗਾਓਗੇ 19,000 ਤੇ ਕਿੰਨਾ ਆਏਗਾ? 1,900 ਰੁਪਇਆ। ਤਾਂ ਅਗਲੇ ਸਾਲ ਮੈਂ 1,900 ਰੁਪਏ ਪਲੱਸ ਕਰੂੰਗਾ, ਠੀਕ ਹੈ। ਫਿਰ ਉਸ ਤੋਂ ਨੈਕਸਟ ਈਅਰ ਜਦੋਂ ਵੈਲਿਊ ਮੇਰੇ ਕੋਲ 19,000 ਬਚੀ ਸੀਗੀ ਤੇ ਮੈਂ ਡੈਪਰੀਸੀਏਸ਼ਨ 1,900 ਲਗਾਈ ਹੈ, ਦੇਖੋ ਧਿਆਨ ਨਾਲ ਕਰਕੇ ਰਹੇ ਆਪਾਂ ਇਦਾਂ ਕਰ ਰਹੇ ਹਾਂ। ਇੱਕ ਮਿੰਟ, ਮੈਂ ਤਾਂ ਸਾਫ਼-ਸਾਫ਼ ਲਿਖ ਕੇ ਦਿਖਾ ਦਿੰਦਾ ਤੁਹਾਨੂੰ। ਜਦੋਂ 20,000 ਦੀ ਮਸ਼ੀਨ ਸੀਗੀ, ਡੈਪਰੀਸੀਏਸ਼ਨ ਲੱਗੀ 1000, ਵੈਲਿਊ ਬਚੀ 19,000, ਫਿਰ ਹੁਣ 19,000 ਤਾਂ ਡੈਪਰੀਸੀਏਸ਼ਨ ਲੱਗੀ ਸੀ ਆਪਣੀ 1,900 ਰੁਪਇਆ, ਤਾਂ ਪਿੱਛੇ ਵੈਲਿਊ ਕਿੰਨੀ ਬਚੀ? ਪਹਿਲਾਂ ਤਾਂ ਵੈਲਿਊ ਕੱਢ ਲਓ, 17,100। ਹੁਣ ਇਸ ਤੇ ਜਿਹੜਾ ਆਪਣਾ ਲਾਸਟ ਵਾਲਾ ਸਾਲ ਹੈ, ਇਸ ਤੇ ਵੀ ਡੈਪਰੀਸੀਏਸ਼ਨ ਲਗਾਵਾਂਗੇ ਆਪਾਂ, ਇੱਥੇ ਆ ਗਈ ਵੈਲਿਊ 17,1710 ਪਲੱਸ ਕਰਾਂਗੇ ਜੀ। ਲੋ ਜੀ ਮੁਬਾਰਕਾਂ, ਆਪਣਾ ਕੁਐਸਚਨ ਲਗਭਗ ਖਤਮ ਹੋ ਗਿਆ। ਬਸ ਹੁਣ ਨਿੱਕਾ ਜਿਹਾ ਕੰਮ ਹੈ, ਜਿਹੜੇ ਇੱਥੇ ਆਪਣੇ 4 ਐਡਜਸਟਮੈਂਟਾਂ ਕੀਤੀਆਂ ਨੇ, ਇਹਦਾ ਹਿਸਾਬ ਕਿਤਾਬ ਲਗਾ ਕੇ ਲਾਸਟ ਦੇ ਵਿੱਚ ਆਪਾਂ ਲਿਖਾਂਗੇ ਇੱਥੇ ਹੁਣ ਨੋਰਮਲ ਪ੍ਰੋਫਿਟ, ਠੀਕ ਹੈ ਜੀ। 2,02,000 ਮਾਈਨਸ 48,000, ਇਹ ਮਾਈਨਸ ਕਰਕੇ ਆਇਆ ਜੀ ਇੱਥੇ 1,54,000। ਓਕੇ, ਇਸ ਚੋਂ ਆ ਸਾਰਾ ਮਾਈਨਸ ਪਲੱਸ ਕੀਤਾ, ਇਹਦਾ ਆ ਗਿਆ ਜੀ 1,55,000। ਮੈਂ ਕੈਲਕੂਲੇਸ਼ਨ ਪਹਿਲੀ ਕਰਕੇ ਰੱਖਿਆ ਪਿਆ ਨਾ ਤਾਂ ਕਿ ਤੁਹਾਡਾ ਟਾਈਮ ਬਚ ਜਾਏ। ਇਸ ਤੋਂ ਬਾਅਦ ਅਗਲਾ ਹੈਗਾ ਜੀ 2,35,900,
2,35,900 रुपए। नैक्सट वाले का आ गया जी 2,27,910, 2,27,910 रुपए। तो सारिਆਂ ਦਾ ਆਪਾਂ ਹੁਣ ਅੱਗੇ टोटल करना है। ठीक है जी, ਇਹਦਾ टोटल आएगा 7,72,810। ठीक है, एक चीज़ होर, ये वीडियो देखने तो बाद मैं तुहानू एक सलाह देना चाहांगा, इस क्वेश्चन को अपने आप ज़रूर करके देखियो, ज़रूर। स्टेटमेंट तो दिख जाएगी, ठीक है, अपने आप दिमाग लगा के क्वेश्चन दोबारा जरूर करके देखियो, क्योंकि अगर तुहानू आप पॉइंट चंगी तरह समझ आ गए तो मेरे हिसाब नाल कोई होर औखा पॉइंट बचे ही नहीं हैगा। बहुत औखे औखे पॉइंट इस क्वेश्चन दे विच मैं तुहानू दे ही दिते सीगे। ते बस नैक्सट चीज़ सीगी अपनी जिहड़ी गुडविल पता करनी आपां ने, वो इत्थे लिखिया पिया सीगा एवरेज प्रॉफिट आपां कड्डांगे। एवरेज प्रॉफिट 7,72,810 डिवाइड बाय कितने साल ने, 4, एक हटाया, वैल्यू आऊगी जी 193,203, 193,203। ठीक है, अगला स्टेप अपनी प्यारी गुडविल। नंबर ऑफ, पहला 1 मिनट पहले लिखांगे एवरेज प्रॉफिट मल्टीप्लाइड बाय नंबर ऑफ ईयर्स परचेज। एवरेज प्रॉफिट अपना आया जी 193,203। नंबर्स ऑफ ईयर परचेज आप लिखे पे ने इत्थे 3, ये दोहां दी मल्टीप्लाई करोगे तो आंसर इत्थे आएगा जी 579,609 रुपए। जरूर पा लियो, कई टीचर नंबर कट लेंदे ने मेरे वर्गे। ठीक है जी, आप 20 मिनट लगाते इस क्वेश्चन को सॉल्व करने लगे, तो पिछले क्वेश्चन आई थिंक 15 मिनट लग गए, 35 मिनट की वीडियो बन गई होनी। चलो फिलहाल इस वीडियो में इन्ना कु ही, मिलते हैं जी नैक्सट वीडियो के। नैक्सट वीडियो के आप वेटेड एवरेज प्रॉफिट वाला मैथड सीखांगे, तो एक अद्धा औखा क्वेश्चन जरूर करांगे जी। चंगा जी, सत श्री अकाल।